ਪਿਆਰੇ ਵਿਦਿਆਰਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟੇ ਅੱਜ ਜਿਹੜਾ ਅਸੀਂ ਚੈਪਟਰ ਕਰਨ ਜਾ ਰਹੇ ਹਾਂ ਉਹ ਆਪਣੇ ਕੋਲ ਕੀ ਹੈ, ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ, ਮੈਗਨੈਟਿਕ ਇਫੈਕਟ ਆਫ ਦੀ ਕਰੰਟ। ਇਹ ਬੇਟੇ ਹੁਣ ਜਿਹੜਾ ਨੈਕਸਟ ਆਪਣਾ ਵੀਕਲੀ ਟੈਸਟ ਹੋਣਾ ਉਹਦੇ ਵਿੱਚ ਇਹ ਆਪਣੇ ਕੋਲ ਆਉਣਾ ਹੈਗਾ। ਇਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਦੇਖੋ ਬੇਟੇ, ਇਸ ਲੈਸਨ ਦੇ ਵਿੱਚ ਜਿਹੜਾ ਪਹਿਲਾ ਆਰਟੀਕਲ ਹੈ ਜਿਹੜਾ ਆਪਣੇ ਕੋਲ ਬਣਦਾ ਹੈ ਉਹ ਹੈ ਔਰਸਟੈਡ ਪ੍ਰਿੰਸੀਪਲ। ਔਰਸਟੈਡ ਪ੍ਰਿੰਸੀਪਲ। ਔਰਸਟੈਡ ਆਪਣੇ ਕੋਲ ਕੌਣ ਸੀ ਬੇਟੇ? ਇੱਕ ਮਹਾਨ ਸਾਇੰਟਿਸਟ ਸੀਗੇ। ਉਹਨਾਂ ਨੇ ਆਪਣੇ ਕੋਲ ਕੀ ਕੀਤਾ ਬੇਟੇ, ਇੱਕ ਵਾਰ ਉਹ ਆਪਣੀ ਪ੍ਰਯੋਗਸ਼ਾਲਾ ਦੇ ਵਿੱਚ ਇੱਕ ਪ੍ਰਯੋਗ ਕਰ ਰਹੇ ਸਨ। ਠੀਕ ਹੈ ਜੀ, ਇੱਕ ਐਕਸਪੈਰੀਮੈਂਟ ਕਰ ਰਹੇ ਸਨ। ਕੀ ਐਕਸਪੈਰੀਮੈਂਟ ਕਰ ਰਹੇ ਸਨ? ਇੱਕ ਤਾਰ ਵਿੱਚੋਂ ਬੈਟਰੀ ਹੈ ਬੇਟੇ, ਬੈਟਰੀ ਦੇ ਧਨ ਟਰਮੀਨਲ ਹੈ, ਅੰਦਰ ਐਨ ਟਰਮੀਨਲ ਹੈ, ਉਹਦੇ ਨਾਲ ਇੱਕ ਤਾਰ ਲਗਾ ਕੇ, ਠੀਕ ਹੈ ਜੀ, ਇਹ ਆਪਣੇ ਕੋਲ ਕੀ ਕੁੰਜੀ ਦਾ ਮਤਲਬ ਕੀ ਤਾਰ ਲਗਾ ਕੇ ਉਹ ਚੈੱਕ ਕਰ ਰਹੇ ਸਨ। ਜਦੋਂ ਉਹਨਾਂ ਨੇ ਇਸ ਕੁੰਜੀ ਨੂੰ, ਇਸ ਕੀ ਨੂੰ ਦਬਾਇਆ ਤਾਂ ਕੋਲੇ ਰੱਖੀ ਹੋਈ ਇੱਕ ਚੁੰਬਕੀ ਸੂਈ ਦੇ ਵਿੱਚ ਕੀ ਲੱਗਿਆ ਹੁੰਦਾ ਬੇਟੇ? ਇੱਕ ਚੁੰਬਕ ਲੱਗਿਆ ਹੁੰਦਾ। ਕੀ ਲੱਗਿਆ ਹੁੰਦਾ ਬੇਟੇ? ਇੱਕ ਚੁੰਬਕ ਲੱਗਿਆ ਹੁੰਦਾ। ਇਹ ਚੁੰਬਕ ਦਾ ਇੱਕ ਸਿਰਾ ਹੈ ਜਿਹੜਾ ਲਾਲ ਕੀਤਾ ਹੈ ਉੱਤਰੀ ਧਰੁਵ ਹੁੰਦਾ, ਤੇ ਦੂਸਰਾ ਆਪਣੇ ਕੋਲ ਕੀ ਹੁੰਦਾ? ਦੱਖਣੀ ਧਰੁਵ। ਜਿਹੜਾ ਲਾਲ ਕੀਤਾ ਹੋਇਆ ਉੱਤਰੀ ਧਰੁਵ। ਤਾਂ ਉਹਨਾਂ ਨੇ ਕੀ ਵੇਖਿਆ ਵੀ ਜਦੋਂ ਇਹਦੇ ਵਿੱਚੋਂ ਦੀ ਕਰੰਟ ਲੰਘਾਇਆ ਜਾਂਦਾ ਤਾਂ ਚੁੰਬਕੀ ਸੂਈ ਕੀ ਕਰਦੀ ਹੈ? ਹਿਲਜੁਲ ਕਰਦੀ। ਚੁੰਬਕੀ ਸੂਈ ਆਪਣੇ ਕੋਲ ਕੀ ਕਰਦੀ ਬੇਟੇ? ਹਿਲਜੁਲ ਕਰਦੀ ਹੈ। ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਵਿਖੇਪਿਤ ਹੁੰਦੀ ਹੈ। ਤਾਂ ਉਹਨਾਂ ਨੇ ਆਸੇ ਪਾਸੇ ਦੇਖਿਆ, ਕੋਈ ਹੋਰ ਜਿਹੜਾ ਚੁੰਬਕੀ ਪਦਾਰਥ ਨਹੀਂ ਪਿਆ ਸੀ। ਫਿਰ ਉਹਨਾਂ ਨੇ ਕੀ ਕੀਤਾ ਬੇਟੇ, ਇਹਦੇ ਵਿੱਚੋਂ ਆਹ ਤਾਰ ਨੂੰ ਲਾ ਕੇ ਇੱਧਰ ਕਰਤਾ, ਇੱਧਰ ਕਰਤਾ। ਕਹਿੰਦਾ ਮਤਲਬ ਕਰੰਟ ਦੀ ਦਿਸ਼ਾ ਨੂੰ ਉਹਨਾਂ ਨੇ ਕੀ ਕਰਤਾ? ਉਲਟ ਕਰਤਾ। ਹੁਣ ਫਿਰ ਚੁੰਬਕੀ ਸੂਈ ਆਪਣੇ ਕੋਲ ਕੀ ਹੋਈ? ਉਹਨੇ ਹਿਲਜੁਲ ਕੀਤੀ, ਵਿਖੇਪਿਤ ਹੋਈ, ਪਰ ਹੁਣ ਕਿਹੜੀ ਦਿਸ਼ਾ 'ਚ? ਪਹਿਲਾਂ ਨਾਲੋਂ ਉਲਟ ਦਿਸ਼ਾ 'ਚ। ਤਾਂ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਇਆ ਵੀ ਜ਼ਰੂਰ ਹੀ ਜਿਹੜਾ ਕਰੰਟ ਇਸ ਤਾਰ ਦੇ ਵਿੱਚੋਂ ਦੀ ਲੰਘ ਰਿਹਾ ਨਾ, ਉਹ ਕੀ ਕਰ ਰਿਹਾ? ਪੈਦਾ ਚੁੰਬਕੀ ਖੇਤਰ ਪੈਦਾ ਕਰ ਰਿਹਾ, ਜਾਂ ਚੁੰਬਕੀ ਪ੍ਰਭਾਵ ਪੈਦਾ ਕਰ ਰਿਹਾ। ਇਸ ਗੱਲ ਦਾ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਬੇਟੇ? ਦੇਖੋ ਬੇਟੇ, ਇੱਕ ਚੁੰਬਕ ਹੈ, ਇੱਕ ਚੁੰਬਕ ਨੂੰ ਕੌਣ ਹਿਲਾ ਸਕਦਾ ਜਾਂ ਕਿਹੜਾ ਇਹਦੇ ਤੇ ਪ੍ਰਭਾਵ ਪਾ ਸਕਦਾ? ਸਿਰਫ ਇੱਕ ਦੂਸਰਾ ਚੁੰਬਕ ਜਾਂ ਇੱਕ ਲੋਹੇ ਦਾ ਟੁਕੜਾ। ਉੱਤਰੀ ਧਰੁਵ ਤੇ ਉੱਤਰੀ ਧਰੁਵ, ਆਪਾਂ ਨੂੰ ਪਤਾ ਬੇਟੇ ਦੋ ਧਰੁਵ ਜਿਹੜੇ ਸਮਾਨ ਧਰੁਵ ਹੈ ਉਹ ਇੱਕ ਦੂਜੇ ਨੂੰ ਪਰੇ ਧੱਕਦੇ। ਕੀ ਕਰਦੇ ਆ? ਪਰੇ ਧੱਕਦੇ ਆ। ਸਮਾਨ ਧਰੁਵ ਉੱਤਰੀ ਧਰੁਵ ਤੇ ਉੱਤਰੀ ਧਰੁਵ ਇੱਕ ਦੂਜੇ ਨੂੰ ਪਰੇ ਧੱਕਦੇ ਆ, ਤੇ ਉੱਤਰੀ ਧਰੁਵ ਤੇ ਦੱਖਣੀ ਧਰੁਵ ਇੱਕ ਦੂਜੇ ਨੂੰ ਕੀ ਕਰਦੇ? ਆਪਦੇ ਵੱਲ ਖਿੱਚਦੇ ਆ। ਇਹਨੂੰ ਕਹਿੰਦੇ ਆਕਰਸ਼ਿਤ ਕਰਨਾ। ਪਰੇ ਧੱਕਣ ਨੂੰ ਕੀ ਕਹਿੰਦੇ? ਅਪਕਰਸ਼ਿਤ। ਹੁਣ ਦੇਖੋ, ਇੱਕ ਚੁੰਬਕ ਨੂੰ ਕੌਣ ਹੈ ਜਿਹੜਾ ਉਹ ਪ੍ਰਭਾਵਿਤ ਕਰ ਸਕਦਾ? ਇੱਕ ਦੂਸਰਾ ਚੁੰਬਕ ਜਾਂ ਲੋਹਾ। ਐਲੂਮੀਨੀਅਮ ਤੇ ਨਿਕਲ ਵੀ ਹੁੰਦੇ ਆ ਬੇਟੇ, ਬਟ ਆਪਾਂ ਜ਼ਿਆਦਾ ਪ੍ਰਭਾਵ ਲੋਹੇ ਦੇ ਹਿਸਾਬ ਨਾਲ ਹੀ ਲੈ ਕੇ ਚੱਲਦੇ ਹੈਗੇ ਆ। ਇਸ ਲਈ ਆਸੇ ਪਾਸੇ ਕੋਈ ਹੋਰ ਚੁੰਬਕ ਜਾਂ ਕੋਈ ਲੋਹੇ ਦਾ ਟੁਕੜਾ ਨਹੀਂ ਸੀ, ਪਰ ਇਹ ਸੂਈ ਫਿਰ ਵੀ ਕੀ ਹੋ ਰਹੀ ਸੀਗੀ? ਵਿਖੇਪਿਤ ਹੋ ਰਹੀ ਸੀਗੀ। ਹਿਲਜੁਲ ਹੈ ਜਿਹੜੀ ਆਪਣੇ ਕੋਲ ਸ਼ੋ ਕਰ ਰਹੀ ਸੀ। ਇਹਦਾ ਮਤਲਬ ਕੀ ਹੋਇਆ ਬੇਟੇ? ਇਹਦਾ ਮਤਲਬ ਹੋਇਆ ਵੀ ਇਸ ਤਾਰ ਦੇ ਵਿੱਚੋਂ ਤੇ ਜਿਹੜਾ ਲੰਘਣ ਵਾਲਾ ਕਰੰਟ ਹੈ ਨਾ, ਉਹ ਕੀ ਪੈਦਾ ਕਰ ਰਿਹਾ? ਚੁੰਬਕੀ ਖੇਤਰ ਪੈਦਾ ਕਰ ਰਿਹਾ। ਤਾਂ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਵੀ ਜਦੋਂ ਕਿਸੇ ਧਾਤ ਦੀ ਤਾਰ ਦੇ ਵਿੱਚੋਂ ਦੀ ਕਰੰਟ ਲੰਘਾਇਆ ਜਾਂਦਾ ਤਾਂ ਉਸ ਦੇ ਨੇੜੇ ਰੱਖੀ ਦਿਸ਼ਾ ਸੂਚਕ ਸੂਈ ਹੈ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਕੰਪਸ, ਹਿੱਲਣ ਲੱਗ ਪੈਂਦੀ ਹੈ। ਔਰਸਟੈਡ ਨੇ ਆਪਣੇ ਪ੍ਰੀਖਣਾਂ ਦੇ ਆਧਾਰ ਤੇ ਇਹ ਸਿੱਧ ਕੀਤਾ ਕਿ ਬਿਜਲੀ ਤੇ ਚੁੰਬਕ ਦਾ ਆਪਸ ਦੇ ਵਿੱਚ ਕੀ ਸੰਬੰਧਿਤ ਘਟਨਾਵਾਂ ਹੈ। ਕਹਿਣ ਦਾ ਮਤਲਬ ਜਿਹੜਾ ਕਰੰਟ ਹੈ, ਬਿਜਲੀ ਹੈ, ਉਹ ਕੀ ਪੈਦਾ ਕਰ ਸਕਦੀ ਹੈ? ਚੁੰਬਕੀ ਖੇਤਰ। ਤੇ ਚੁੰਬਕੀ ਖੇਤਰ ਕੀ ਪੈਦਾ ਕਰ ਸਕਦਾ? ਕਰੰਟ। ਜਿਵੇਂ ਆਪਾਂ ਜਨਰੇਟਰ ਦੇ ਵਿੱਚ ਵੇਖਦੇ ਹਾਂ ਬੇਟੇ, ਘਰਾਂ ਦੇ ਵਿੱਚ, ਉੱਥੇ ਚੁੰਬਕੀ ਖੇਤਰ ਨੂੰ ਬਦਲ ਕੇ ਕਰੰਟ ਪੈਦਾ ਕੀਤਾ ਜਾਂਦਾ। ਇੱਥੇ ਕਰੰਟ ਨੂੰ ਬਦਲ ਕੇ ਚੁੰਬਕੀ ਖੇਤਰ ਪੈਦਾ ਕੀਤਾ ਜਾਂਦਾ। ਔਰਸਟੈਡ ਦਾ ਇਹ ਪ੍ਰੈਕਟੀਕਲ ਸੀਗਾ, ਇਹ ਉਹਨਾਂ ਦਾ ਤਜਰਬਾ ਸੀ ਜਿਹੜਾ ਉਹਨਾਂ ਨੇ ਕੀਤਾ। ਪਤਾ ਲੱਗ ਗਿਆ ਬੇਟੇ? ਨੈਕਸਟ ਦੇਖੋ, ਇਹੀ ਚੀਜ਼ ਨੂੰ ਜਦੋਂ ਉਹਨਾਂ ਨੇ ਅਲੱਗ-ਅਲੱਗ ਥਾਵਾਂ ਦੇ ਉੱਪਰ ਰੱਖ ਕੇ ਚੁੰਬਕੀ ਸੂਈ ਨੂੰ ਪ੍ਰਯੋਗ ਕੀਤਾ, ਠੀਕ ਹੈ ਜੀ, ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜਦੋਂ ਚੁੰਬਕੀ ਸੂਈ ਨੂੰ ਇਸ ਤਾਰ ਦੇ ਪਰਸਪਰ ਉਸੇ ਦਿਸ਼ਾ 'ਚ ਹੀ ਰੱਖਿਆ ਜਾਂਦਾ, ਜੇ ਮੰਨ ਲਓ ਇੱਥੇ ਰੱਖਿਆ ਜਾਂਦਾ,
ਜਾਂ ਇਧਰਲੇ ਪਾਸੇ ਰੱਖਿਆ ਜਾਂਦਾ ਤਾਂ ਇਹ ਵਿਖੇਪਿਤ ਨਹੀਂ ਹੁੰਦੀ। ਜਿਹਨੂੰ ਆਪਾਂ ਕਹੀਏ ਵੀ ਜਦੋਂ ਆਪਣੇ ਕੋਲੇ ਕੀ ਹੈ, ਕੋਣ ਹੈ ਜਿਹੜਾ, ਕਹਿੰਦੇ ਵਿਚਕਾਰ ਤਾਰ ਤੇ ਕੰਪਸ ਦੇ ਵਿੱਚੋਂ ਦੀ ਜੇ ਅਸੀਂ ਇੱਕ ਲਕੀਰ ਇਸ ਤਰ੍ਹਾਂ ਨਾਲ ਲੰਘਾ ਦਈਏ, ਆਹ ਵਾਲੀ ਲਕੀਰ ਤੇ ਆਹ ਮੰਨ ਲਓ ਕਹਿੰਦੀ ਲਕੀਰ ਹੈ ਤਾਰ ਦੀ ਲਕੀਰ ਤੇ ਜਦੋਂ ਅਸੀਂ ਇਹਨਾਂ ਨੂੰ ਇੱਕੋ ਸਮਾਨ ਅੰਤਰ ਰੱਖ ਦਈਏ ਇੱਕੋ ਤਰ੍ਹਾਂ ਨਾਲ ਇਸ ਤਰ੍ਹਾਂ ਨਾਲ, ਤਾਂ ਕੋਣ ਕੋਈ ਵੀ ਨਹੀਂ ਬਣੇਗਾ, ਤਾਂ ਉਦੋਂ ਇਹ ਵਿਖੇਪਿਤ ਹੁੰਦੀ ਨਹੀਂ। ਪਰ ਜਦੋਂ ਅਸੀਂ ਕੀ ਕਰਦੇ ਹਾਂ, ਤਾਰ ਤੇ ਚੁੰਬਕੀ ਸੂਈ ਨੂੰ ਕਿਸ ਤਰ੍ਹਾਂ ਨਾਲ ਰੱਖਦੇ ਹਾਂ, 90 ਡਿਗਰੀ ਤੇ ਰੱਖਦੇ ਹਾਂ ਇਸ ਤਰ੍ਹਾਂ ਨਾਲ, ਤੇ ਵੱਧ ਤੋਂ ਵੱਧ ਹਿਲਜੁਲ ਹੈ ਜਿਹੜੀ ਉਹ ਸ਼ੋਅ ਕਰਦੀ ਹੈ। ਜਿਵੇਂ ਇਹਨਾਂ ਨੇ ਰੱਖਿਆ ਹੋਇਆ ਤਾਰ, ਠੀਕ ਹੈ ਜੀ, ਚੁੰਬਕੀ ਸੂਈ ਦਾ ਜਿਹੜਾ ਖੇਤਰ ਹੈ ਇਹ ਆਪਣੇ ਕੋਲ ਕਿਸ ਤਰ੍ਹਾਂ ਨਾਲ ਇਹਨਾਂ ਨੇ ਸ਼ੋਅ ਕੀਤਾ 90 ਡਿਗਰੀ ਤੇ, ਜਿਵੇਂ ਇੱਥੇ ਇਹਨਾਂ ਨੇ ਇਸ ਤਰ੍ਹਾਂ ਨਾਲ ਸ਼ੋਅ ਕੀਤਾ ਹੋਇਆ, ਤੇ ਇੱਕ ਕੋਣ ਬਣ ਰਿਹਾ, ਠੀਕ ਹੈ ਜੀ। ਜੇ ਕਰੰਟ ਆਪਣੇ ਕੋਲ ਕੀ ਹੈ, ਮੰਨ ਲਓ ਇਧਰਲੀ ਸਾਈਡ ਤੇ ਜਾ ਰਿਹਾ, ਤਾਂ ਦੋਵਾਂ ਦੇ ਵਿਚਕਾਰ ਕੀ ਬਣ ਰਿਹਾ, ਇੱਕ ਕੋਣ ਬਣਨਾ ਚਾਹੀਦਾ, ਠੀਕ ਹੈ ਜੀ। ਫਿਰ ਉਹਨਾਂ ਨੇ ਇਹ ਚੈੱਕ ਕੀਤਾ ਵੀ ਜਦੋਂ ਇਹ ਕੋਣ ਕਿੰਨਾ ਨਹੀਂ ਬਣਦਾ ਤਾਂ ਵਿਖੇਪਿਤ ਨਹੀਂ ਹੁੰਦੀ। ਇਹਦਾ ਮਤਲਬ 90 ਡਿਗਰੀ, ਇਹਦਾ ਮਤਲਬ ਅਸੀਂ ਯਾਦ ਰੱਖਣਾ ਵੀ ਜਦੋਂ ਆਪਾਂ ਕੀ ਕੀਤਾ, ਚੁੰਬਕੀ ਸੂਈ ਹੈ ਜਿਹੜੀ ਇਹ ਆਪਾਂ ਉਸੇ ਖੇਤਰ ਦੇ ਵਿੱਚ ਹੀ ਰੱਖੀਏ, ਸਮਾਨ ਅੰਤਰ ਰੱਖੀਏ ਹੁੰਦੇ, ਤਾਂ ਆਪਣੇ ਕੋਲ ਕੀ ਹੈ ਉਹ ਵਿਖੇਪਿਤ ਨਹੀਂ ਹੁੰਦੀ। ਤਾਂ ਉਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਬਲ ਹੁੰਦਾ ਹੋਵੇਗਾ, ਜਿਹਨੂੰ ਅਸੀਂ ਆਹ ਕਹਿ ਦਿੰਦੇ ਹਾਂ ਬੇਟੇ, ਇਹਨੂੰ ਜਦੋਂ ਖੋਲ ਕੇ ਲਿਖਦੇ ਹਾਂ QVB sin θ, ਲੋਰੈਂਜ਼ ਮੈਗਨੈਟਿਕ ਫੋਰਸ, ਇਹ ਆਪਣੇ ਕੋਲ ਲੱਗਦੀ। ਇਹਦੇ ਵਿੱਚ ਆ ਕੌਣ ਆਉਂਦਾ ਸੀ, ਥੀਟਾ। ਜਦੋਂ ਥੀਟਾ 0 ਹੋ ਜਾਂਦਾ ਤਾਂ ਸਾਨੂੰ ਪਤਾ, ਅਸੀਂ ਟ੍ਰਿਗਨੋਮੈਟਰੀ ਦੇ ਵਿੱਚ ਪੜ੍ਹਿਆ ਵੀ ਸਾਈਨ 0 ਦੀ ਵੈਲਿਊ ਆਪਣੇ ਕੋਲ 0 ਹੁੰਦੀ ਹੈ, ਤਾਂ ਕੋਈ ਵੀ ਬਲ ਨਹੀਂ ਲੱਗੇਗਾ। ਜਦੋਂ ਆਪਣੇ ਕੋਲ ਕੀ ਹੈ, ਕੋਣ ਦੀ ਵੈਲਿਊ 90 ਹੋ ਜਾਵੇਗੀ ਤਾਂ ਸਾਈਨ 90 ਦੀ ਵੈਲਿਊ ਵੱਧ ਤੋਂ ਵੱਧ ਹੁੰਦੀ ਹੈ 1, ਤਾਂ ਉਦੋਂ ਬਲ ਕਿੰਨਾ ਲੱਗੇਗਾ, QVB। ਕਿਉ ਆਪਣੇ ਕੋਲ ਕੀ ਚਾਰਜ ਹੈ ਜਿਹੜਾ ਲੰਘ ਰਿਹਾ, ਆਹ ਆਪਣੇ ਕੋਲ ਕੀ ਹੁੰਦੀ ਗਤੀ ਹੈ, ਆਹ ਆਪਣੇ ਕੋਲ ਕੀ ਹੈ ਜਿਹੜੀ ਆਪਣੇ ਕੋਲੇ ਚੁੰਬਕੀ ਖੇਤਰ, ਠੀਕ ਹੈ ਜੀ। ਕਹਿਣ ਦਾ ਮਤਲਬ ਅਸੀਂ ਸਧਾਰਨ ਜਿਹੇ ਸ਼ਬਦਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਔਰਸਟੈਡ ਨੇ ਕਿਹਾ ਵੀ ਚੁੰਬਕੀ ਸੂਈ ਆਪਣੇ ਕੋਲ ਕੀ ਕਰਦੀ ਹੈਗੀ ਹੈ, ਜਦੋਂ ਕਰੰਟ ਪਾਸ ਕਰਦਾ ਤਾਂ ਉਹ ਹਿਲਜੁਲ ਕਰਦੀ ਹੈ। ਹਿਲਜੁਲ ਕਿਉਂ ਕਰਦੀ ਹੈ, ਕਿਉਂਕਿ ਇਹਦੇ ਵਿੱਚੋਂ ਦੀ ਲੰਘਣ ਵਾਲਾ ਜਿਹੜਾ ਕਰੰਟ ਹੈ ਉਹ ਆਪਣੇ ਕੋਲੇ ਕੀ ਪੈਦਾ ਕਰਦਾ, ਚੁੰਬਕੀ ਪ੍ਰਭਾਵ। ਕੀ ਪੈਦਾ ਕਰਦਾ, ਚੁੰਬਕੀ ਪ੍ਰਭਾਵ, ਠੀਕ ਹੈ ਬੇਟਾ, ਚੁੰਬਕੀ ਪ੍ਰਭਾਵ ਪੈਦਾ ਕਰਦਾ ਹੈ। ਤੇ ਇਸ ਚੀਜ਼ ਤੋਂ ਹੀ ਅਸੀਂ ਇਹ 2 ਆਰਟੀਕਲ ਅਸੀਂ ਕੀਤੇ ਵੀ ਚੁੰਬਕੀ ਖੇਤਰ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਚੁੰਬਕੀ ਖੇਤਰ, ਧਿਆਨ ਨਾਲ ਦੇਖੋ ਬੇਟੇ, ਵਰਡ ਕੀ ਹੈ, ਖੇਤਰ। ਖੇਤਰ ਕੀ ਹੈ, ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਇਹ ਮੇਰਾ ਖੇਤ ਹੈ, ਪਿੰਡਾਂ ਦੇ ਵਿੱਚ ਆਪਣੇ ਕੋਲ ਖੇਤ ਹੁੰਦੇ ਆ, ਜ਼ਮੀਨ, ਇਹ ਮੇਰਾ ਖੇਤ ਹੈ। ਖੇਤ ਦਾ ਮਤਲਬ ਕੀ ਹੈ, ਆਪੇ ਆਸੇ ਪਾਸੇ ਇੱਕ ਵਾੜ ਲਗਾਈ ਹੁੰਦੀ ਹੈ, ਦਾਇਰਾ ਹੁੰਦਾ, ਜਿੱਥੋਂ ਸਾਨੂੰ ਪਤਾ ਲੱਗਦਾ ਵੀ ਇਹ ਮੇਰਾ। ਉਸੇ ਤਰ੍ਹਾਂ ਨਾਲ ਇਸ ਖੇਤਰ ਦੇ ਵਿੱਚ ਮੇਰਾ ਪ੍ਰਭਾਵ ਹੈ, ਜਿਹੜਾ ਮੰਨ ਲਓ ਇਹ ਮੇਰਾ ਖੇਤ ਹੈ ਤਾਂ ਮੇਰਾ ਪ੍ਰਭਾਵ ਹੈ, ਆਹ ਤੁਹਾਡੇ ਗੁਆਂਢੀ ਦਾ ਖੇਤ ਹੈ ਤੇ ਇਹਦੇ 'ਚ ਉਹਦਾ ਪ੍ਰਭਾਵ ਹੈ। ਕਹਿੰਦਾ ਮਤਲਬ ਉਹ ਕੁਛ ਮਰਜ਼ੀ ਲਾਵੇ ਜਾਂ ਨਾ ਲਾਵੇ, ਉਹ ਪਾਣੀ ਲਾਵੇ ਜਾਂ ਨਾ ਲਾਵੇ, ਉਹਦੇ ਤੇ ਉਹਦਾ ਹੀ ਪ੍ਰਭਾਵ ਹੈ ਉਸ ਖੇਤਰ ਦੇ ਵਿੱਚ। ਇੱਧਰ ਤੁਹਾਡਾ ਹੁਣ ਦੇਖੋ ਖੇਤਰ ਕਹਿੰਦਾ ਇੱਕ ਚੁੰਬਕ ਦਾ, ਕਹਿੰਦਾ ਖੇਤਰ ਹੈ ਬੇਟੇ ਇੱਕ ਚੁੰਬਕ ਦਾ। ਸੋ ਚੁੰਬਕੀ ਖੇਤਰ ਕੀ ਹੋ ਗਿਆ ਬੇਟੇ, ਇੱਕ ਚੁੰਬਕ ਦੇ ਆਸੇ ਪਾਸੇ ਦਾ ਉਹ ਖੇਤਰ ਜਿਸ ਦੇ ਵਿੱਚ ਉਸ ਚੁੰਬਕ ਦੇ ਪ੍ਰਭਾਵ ਨੂੰ ਕੀ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਜਿਵੇਂ ਆਹ ਚੁੰਬਕ ਹੈ ਤਾਂ ਚੁੰਬਕ ਦੇ ਆਸੇ ਪਾਸੇ ਦਾ ਖੇਤਰ ਜਿਸ ਵਿੱਚ ਉਸਦੇ ਪ੍ਰਭਾਵ ਨੂੰ ਕੀ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਕਹਿੰਦਾ ਮਤਲਬ ਇੱਕ ਹੋਰ ਚੁੰਬਕ ਆਪਣੇ ਕੋਲ ਜੇ ਇੱਥੇ ਪਿਆ ਤਾਂ ਇਹ ਇਹਦੇ ਤੇ ਪ੍ਰਭਾਵ ਨਹੀਂ ਪਾ ਸਕਦਾ, ਉੱਤਰੀ ਧਰੁਵ ਦੱਖਣੀ ਧਰੁਵ ਨੂੰ ਆਪਦੇ ਵੱਲ ਨਹੀਂ ਖਿੱਚ ਸਕਦਾ। ਪਰ ਜਿਵੇਂ ਹੀ ਅਸੀਂ ਇਸ ਚੁੰਬਕ ਨੂੰ ਇਸ ਤਰ੍ਹਾਂ ਨਾਲ ਲੈ ਕੇ ਆਵਾਂਗੇ ਤਾਂ ਉੱਤਰੀ ਧਰੁਵ ਤੇ ਦੱਖਣੀ ਧਰੁਵ ਦੇ ਵਿੱਚ ਕੀ ਹੋਊਗਾ, ਆਕਰਸ਼ਣ ਹੋਊਗਾ, ਇਹਨੂੰ ਆਪਦੇ ਵੱਲ ਕੀ ਕਰੂਗਾ, ਖਿੱਚ ਲੂਗਾ, ਉਸ ਦਾਇਰੇ 'ਚ ਆਊਗਾ ਤਾਂ ਹੀ ਇਹ ਉਹਦੇ ਤੇ ਪ੍ਰਭਾਵ ਪਾਊਗਾ, ਬਾਹਰ ਨਹੀਂ ਪਾਊਗਾ। ਖੇਤਰ ਦਾ ਮਤਲਬ ਪਤਾ ਲੱਗ ਗਿਆ ਬੇਟੇ, ਕਿਸੇ ਚੁੰਬਕ ਦੇ ਚਾਰੇ ਪਾਸੇ ਦਾ ਉਹ ਖੇਤਰ ਜਿਸ ਵਿੱਚ ਇਸ ਦੇ ਬਲ ਨੂੰ ਕੀ ਕੀਤਾ ਜਾ ਸਕਦਾ, ਪਤਾ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ, ਉਸ ਨੂੰ ਕੀ ਕਹਿੰਦੇ ਆ, ਚੁੰਬਕੀ ਖੇਤਰ। ਚੁੰਬਕੀ ਖੇਤਰ ਅਜਿਹੀ ਰਾਸ਼ੀ ਹੈ ਜਿਸ ਦਾ ਪਰਿਮਾਣ ਅਤੇ ਦਿਸ਼ਾ ਹੁੰਦੀ ਹੈ। ਪਰਿਮਾਣ ਅਤੇ ਦਿਸ਼ਾ ਦਾ ਮਤਲਬ ਅਸੀਂ ਇੰਗਲਿਸ਼ ਕਹਿੰਦੇ ਵੀ ਇਹ ਕਿਹੜੀ ਕੁਆਂਟਿਟੀ ਹੈ, ਵੈਕਟਰ। ਯਾਦ ਰੱਖਣਾ ਬੇਟੇ, ਜਿਹੜੀ ਆਪਣੇ ਕੋਲ ਕੀ ਹੈ ਚੁੰਬਕੀ ਸੂਈ ਹੈ, ਇਹਦੇ ਕੋਲ ਕੀ ਹੁੰਦੀ ਹੈ, ਪਰਿਮਾਣ ਅਤੇ ਦਿਸ਼ਾ। ਪਰਿਮਾਣ ਅਤੇ ਦਿਸ਼ਾ ਦੋਵੇਂ ਹੁੰਦੀਆਂ ਹਨ, ਇਹ ਯਾਦ ਰੱਖ ਲੈਣਾ ਬੇਟੇ। ਇਹ 1 ਨੰਬਰ ਦੇ ਵਿੱਚ ਆਪਾਂ ਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ। ਪਰਿਮਾਣ ਦਾ ਮਤਲਬ ਹੁੰਦਾ ਮੁੱਲ,
ਇਹਦਾ ਕੋਈ ਨਾ ਕੋਈ ਮੁੱਲ ਹੋਵੇਗਾ, ਨਾਲ ਇਹਦੀ ਦਿਸ਼ਾ ਹੋਵੇਗੀ। ਜਿਵੇਂ ਆਪਾਂ ਕਹੀਏ 5 ਉੱਤਰ ਵੱਲ, ਤਾਂ ਇੱਕ ਦਿਸ਼ਾ ਹੋ ਗਈ ਨਾ। ਠੀਕ ਹੈ, ਜਿਵੇਂ ਸਾਨੂੰ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਇਹ ਸਿੱਖਿਆ ਹੋਇਆ ਵੀ ਸੁਤੰਤਰ ਰੂਪ ਵਿੱਚ ਲਟਕਾਇਆ ਗਿਆ ਚੁੰਬਕ ਹਮੇਸ਼ਾ ਉੱਤਰ ਦੱਖਣ ਦਿਸ਼ਾ ਦੇ ਵਿੱਚ ਠਹਿਰਦਾ, ਤੇ ਇੱਕ ਦਿਸ਼ਾ ਹੋ ਗਈ ਨਾ। ਤੇ ਉਸ ਚੁੰਬਕ ਦੇ ਬਲ ਦਾ ਕੋਈ ਨਾ ਕੋਈ ਮੁੱਲ ਵੀ ਹੋ ਸਕਦਾ। ਇਸ ਲਈ ਯਾਦ ਰੱਖਣਾ ਵੀ ਚੁੰਬਕੀ ਖੇਤਰ ਹੈ ਜਿਹੜਾ ਉਹ ਕਿਸ ਤਰ੍ਹਾਂ ਦੀ ਰਾਸ਼ੀ ਹੈ, ਜਿਹਦੇ ਕੋਲ ਪ੍ਰਮਾਣ ਵੀ ਹੈ ਤੇ ਦਿਸ਼ਾ ਵੀ ਹੈ। ਇੰਗਲਿਸ਼ ਆਪਾਂ ਨੂੰ ਕਹਿੰਦੇ ਹਾਂ ਵੀ ਇਟ ਇਜ਼ ਅ ਵੈਕਟਰ ਕੁਆਂਟਿਟੀ। ਚੁੰਬਕੀ ਖੇਤਰ ਨੂੰ ਅਸੀਂ B ਅੱਖਰ ਨਾਲ ਡਿਨੋਟ ਕਰਦੇ ਹਾਂ, ਤੇ ਜਿਹਦੇ ਕੋਲ ਪ੍ਰਮਾਣ ਤੇ ਰਾਸ਼ੀ ਦੋਵੇਂ ਹੋਵੇ ਉਹਦੇ ਉੱਤੇ ਇਸ ਤਰ੍ਹਾਂ ਨਾਲ ਲਕੀਰ ਲਾਉਣੇ। ਇਹਦਾ ਮਤਲਬ ਕੀ ਹੈ ਵੀ ਇਹਦੇ ਕੋਲੇ ਕੀ ਹੈ, ਇਹ ਵੈਕਟਰ ਕੁਆਂਟਿਟੀ ਹੈ, ਇਹਦੇ ਕੋਲੇ ਕੀ ਹੈ, ਪ੍ਰਮਾਣ ਵੀ ਹੈ ਤੇ ਦਿਸ਼ਾ ਵੀ ਹੈ। ਪਤਾ ਲੱਗਿਆ ਬੇਟੇ? ਠੀਕ ਹੈ ਜੀ। ਸੈਕਿੰਡ ਜਿਹੜੀ ਚੀਜ਼ ਆਪਾਂ ਇੱਥੇ ਦੱਸਣੀ ਹੈਗੀ ਹੈ, ਉਹ ਆਪਣੇ ਕੋਲ ਕੀ ਹੈ ਵੀ ਚੁੰਬਕੀ ਰੇਖਾਵਾਂ ਕੀ ਹੁੰਦੀਆਂ। ਦੇਖੋ ਬੇਟਾ, ਜਦੋਂ ਅਸੀਂ ਇੱਕ ਚੁੰਬਕ ਨੂੰ ਦੂਸਰੇ ਚੁੰਬਕ ਦੇ ਨੇੜੇ ਲੈ ਕੇ ਆਉਣੇ, ਦੇਖੋ ਮੰਨ ਲਓ ਮੈਂ ਇੱਕ ਚੁੰਬਕ ਦਾ ਉੱਤਰੀ ਧਰੁਵ ਦੂਸਰੇ ਚੁੰਬਕ ਦੇ ਉੱਤਰੀ ਧਰੁਵ ਦੇ ਨੇੜੇ ਲੈ ਕੇ ਆਇਆ, ਤਾਂ ਇਹ ਵਾਲਾ ਚੁੰਬਕ ਇਸ ਧਰੁਵ ਨੂੰ ਕੀ ਕਰੇ, ਇਸ ਚੁੰਬਕ ਨੂੰ ਕੀ ਕਰੇਗਾ, ਪਰੇ ਧੱਕੇਗਾ। ਅਸੀਂ ਵੇਖਿਆ ਛੋਟੇ ਹੁੰਦੇ ਤਜਰਬੇ ਕਰਕੇ। ਇਹ ਇਹਦੇ ਉੱਤੇ ਜਦੋਂ ਬਲ ਲਗਾ ਰਿਹਾ ਤਾਂ ਇਹ ਅਸਲ ਦੇ ਵਿੱਚ ਪਰੇ ਜਾ ਰਿਹਾ, ਪਰ ਕੀ ਤੁਹਾਨੂੰ ਇਹਦੇ ਵਿੱਚ ਕੁਛ ਨਜ਼ਰ ਆ ਰਿਹਾ? ਇਹਦੇ ਵਿੱਚ ਤਾਂ ਕੁਛ ਵੀ ਨਹੀਂ। ਤਾਂ ਇਸ ਚੀਜ਼ ਨੂੰ ਡਾਇਗਰਾਮ ਬਣਾ ਕੇ, ਫੋਟੋ ਬਣਾ ਕੇ, ਪਿਕਚਰ ਬਣਾ ਕੇ ਸ਼ੋਅ ਕਰਨ ਦੇ ਲਈ ਅਸੀਂ ਆਪਦੇ ਕੋਲੋਂ ਇੱਕ ਕਨਸੈਪਟ ਮੰਨਿਆ, ਜਿਹਨੂੰ ਅਸੀਂ ਕੀ ਕਿਹਾ, ਚੁੰਬਕੀ ਖੇਤਰ ਰੇਖਾਵਾਂ, ਮੈਗਨੈਟਿਕ ਫੀਲਡ ਲਾਈਨਸ। ਮੈਗਨੈਟਿਕ ਫੀਲਡ ਲਾਈਨਸ, ਚੁੰਬਕੀ ਖੇਤਰ ਰੇਖਾਵਾਂ। ਠੀਕ ਹੈ ਜੀ। ਚੁੰਬਕੀ ਖੇਤਰ ਰੇਖਾਵਾਂ ਕੀ ਹੈ? ਜੇਕਰ ਬੇਟੇ ਆਪਣੇ ਕੋਲ ਅਸੀਂ ਪ੍ਰਯੋਗ ਕਰਦੇ ਹਾਂ, ਮੰਨ ਲਓ ਕਿਹੜਾ ਪ੍ਰਯੋਗ ਕਰਦੇ ਹਾਂ ਵੀ ਇੱਕ ਸ਼ੀਟ ਦੇ ਉੱਤੇ, ਡਰਾਇੰਗ ਬੋਰਡ ਦੇ ਉੱਤੇ, ਜਿਹਦੇ ਆਸੇ ਪਾਸੇ ਕੋਈ ਵੀ ਚੁੰਬਕੀ ਪਦਾਰਥ ਨਾ ਪਿਆ ਹੋਵੇ, ਇੱਕ ਚੁੰਬਕ ਰੱਖ ਲਈਏ, ਤੇ ਫਿਰ ਅਸੀਂ ਇਹਦੇ ਉੱਤੇ ਰੱਖੀਏ ਚੁੰਬਕੀ ਸੂਈ। ਤਾਂ ਚੁੰਬਕੀ ਸੂਈ ਦਾ ਉੱਤਰੀ ਸਿਰਾ ਜਿਹੜੀ ਪਾਸੇ ਆਪਣੇ ਕੋਲੇ ਦੱਸੇਗਾ, ਉਸ ਡਾਇਰੈਕਸ਼ਨ ਦੇ ਵਿੱਚ ਇਸ ਤਰ੍ਹਾਂ ਨਾਲ ਅਸੀਂ ਡਾਟ ਲਗਾਉਂਦੇ ਜਾਈਏ, ਤੇ ਬਾਅਦ ਦੇ ਵਿੱਚ ਅਸੀਂ ਉਸ ਰਾਸਤੇ ਨੂੰ ਕੀ ਕਰੀਏ, ਇੱਕ ਲਕੀਰ ਦੇ ਨਾਲ ਜੋੜ ਦਈਏ। ਤਾਂ ਜਿਹੜਾ ਸਾਡੇ ਕੋਲ ਇਹ ਰਾਸਤਾ ਆਇਆ, ਕਿਹਦਾ ਰਾਸਤਾ, ਜਿਸ ਦਿਸ਼ਾ ਦੇ ਵਿੱਚ ਕੌਣ ਮੂਵ ਕਰਦਾ, ਚੁੰਬਕੀ ਸੂਈ, ਤਾਂ ਉਸ ਰਾਸਤੇ ਨੂੰ ਅਸੀਂ ਕੀ ਕਿਹਾ ਬੇਟੇ, ਚੁੰਬਕੀ ਖੇਤਰ ਰੇਖਾਵਾਂ, ਮੈਗਨੈਟਿਕ ਫੀਲਡ ਲਾਈਨਸ। ਇਹ ਉਹ ਰਾਸਤਾ ਹੈ ਜਿਸ ਰਾਸਤੇ ਦੇ ਉੱਤੇ ਆਪਣੇ ਕੋਲ ਕੀ ਹੈ, ਇੱਕ ਚੁੰਬਕੀ ਸੂਈ ਹੈ ਜਿਹੜੀ ਉਹ ਆਪਣੇ ਕੋਲ ਕੀ ਕਰਦੀ ਹੈ, ਮੂਵ ਕਰਦੀ ਹੈ, ਤੁਰਦੀ ਹੈ। ਜਦੋਂ ਇਸ ਨੂੰ ਧਰੁਵ ਦੇ ਵਿੱਚ ਇੱਕ ਚੁੰਬਕ ਦੇ ਨੇੜੇ ਕੀ ਕੀਤਾ ਜਾਂਦਾ, ਮੂਵ ਕੀਤਾ ਜਾਂਦਾ। ਠੀਕ ਹੈ ਜੀ। ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਠੀਕ ਹੈ ਜੀ। ਹੁਣ ਜਿਹੜੀਆਂ ਇਹ ਚੁੰਬਕੀ ਰੇਖਾਵਾਂ ਹੈ ਨਾ ਬੇਟੇ, ਇਹ ਵਾਸਤਵ ਦੇ ਵਿੱਚ ਨਹੀਂ ਹੁੰਦੀਆਂ, ਕਿਉਂਕਿ ਅਸੀਂ ਵੇਖਿਆ ਵੀ ਇੱਕ ਚੁੰਬਕ ਦੇ ਨੇੜੇ ਦੂਸਰੇ ਚੁੰਬਕ ਨੂੰ ਜਦੋਂ ਲੈ ਕੇ ਆਉਣੇ ਆ, ਉਹ ਵਾਸਤਵ ਦੇ ਵਿੱਚ ਤਾਂ ਹਿਲਜੁਲ ਕਰਦਾ। ਜਿਵੇਂ ਦੱਖਣੀ ਧਰੁਵ ਨੂੰ ਪਰਾਂ ਧੱਕੇਗਾ, ਦਿਸੇਗਾ ਤਾਂ ਸਾਨੂੰ ਸਹੀ, ਪਰ ਵਿੱਚ ਕੁਛ ਨਹੀਂ ਹੈਗਾ। ਇਹ ਤਾਂ ਆਪਦੀ ਸੁਵਿਧਾ ਵਾਸਤੇ ਮੰਨੀ ਹੈ। ਇਸ ਲਈ ਆਪਾਂ ਕਹਿੰਦੇ ਵੀ ਚੁੰਬਕੀ ਰੇਖਾਵਾਂ ਵਾਸਤਵ ਦੇ ਵਿੱਚ ਨਹੀਂ ਹੁੰਦੀਆਂ, ਪਰ ਜਿਹੜਾ ਇਹ ਪ੍ਰਭਾਵ ਪੈਦਾ ਕਰਦੀਆਂ ਉਹ ਅਸਲ ਹੈ। ਠੀਕ ਹੈ ਜੀ। ਆਪਣੇ ਕੋਲ ਦੇਖੋ, ਇਸ ਤੋਂ ਅੱਗੇ ਆਪਣੇ ਕੋਲ ਕੀ ਹੈ, ਚੁੰਬਕੀ ਰੇਖਾਵਾਂ ਦੇ ਗੁਣ। ਬੇਟੇ ਇੰਪੋਰਟੈਂਟ ਹੈ, ਚੁੰਬਕੀ ਰੇਖਾਵਾਂ ਦੇ ਗੁਣ ਯਾਦ ਰੱਖਣਾ ਬੇਟੇ। ਚੁੰਬਕੀ ਰੇਖਾਵਾਂ ਚੁੰਬਕ ਦੇ ਉੱਤਰੀ ਧਰੁਵ ਤੋਂ ਸ਼ੁਰੂ ਹੁੰਦੀਆਂ ਹਨ ਤੇ ਦੱਖਣੀ ਧਰੁਵ ਤੇ ਜਾ ਕੇ ਖਤਮ ਹੁੰਦੀਆਂ ਹਨ। ਉੱਤਰੀ ਧਰੁਵ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਦੱਖਣੀ ਧਰੁਵ ਦੇ ਵਿੱਚ ਵਿਲੀਨ ਹੁੰਦੀਆਂ ਹਨ। ਵਿਲੀਨ ਦਾ ਮਤਲਬ ਹੁੰਦਾ ਇੱਥੇ ਪ੍ਰਗਟ ਦਾ ਹੋਣਾ, ਮਤਲਬ ਸ਼ੁਰੂ ਹੋਣਾ। ਵਿਲੀਨ ਦਾ ਮਤਲਬ ਕੀ ਹੈ, ਆਪਣੇ ਕੋਲੇ ਖਤਮ ਹੋਣਾ। ਉੱਤਰੀ ਧਰੁਵ ਦੇ ਵਿੱਚੋਂ ਸ਼ੁਰੂ ਹੁੰਦੀਆਂ ਹਨ, ਦੱਖਣੀ ਧਰੁਵ ਦੇ ਵਿੱਚ ਖਤਮ ਹੁੰਦੀਆਂ ਹਨ। ਯਾਦ ਰੱਖਣਾ। ਫਿਰ ਇੱਕ ਤੁਹਾਡਾ ਮੈਗਨੇਟ ਹੈ, ਚੁੰਬਕ ਹੈ, ਉੱਤਰੀ ਧਰੁਵ ਦੇ ਵਿੱਚੋਂ ਸ਼ੁਰੂ ਹੁੰਦੀਆਂ ਹਨ ਅਤੇ ਦੱਖਣੀ ਧਰੁਵ ਦੇ ਵਿੱਚ ਵਿਲੀਨ ਹੁੰਦੀਆਂ ਹਨ। ਇਹ ਸਾਰੀ ਚੀਜ਼ ਕਿੱਥੇ, ਚੁੰਬਕ ਦੇ ਬਾਹਰ ਹੈ, ਪਰ ਚੁੰਬਕ ਦੇ ਅੰਦਰ ਆਪਣੇ ਕੋਲ ਕੀ ਹੁੰਦਾ ਬੇਟੇ, ਇਸ ਤਰ੍ਹਾਂ ਨਾਲ ਦੱਖਣੀ ਧਰੁਵ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਉੱਤਰੀ ਧਰੁਵ ਤੱਕ ਜਾਂਦੀਆਂ ਹਨ। ਤੇ ਕੀ ਬਣਾਉਂਦੀਆਂ ਬੇਟੇ, ਇੱਕ ਬੰਦ ਆਕ੍ਰਿਤੀ ਬਣਾਉਂਦੀਆਂ, ਜਿਹਨੂੰ ਇੰਗਲਿਸ਼ ਆਪਾਂ ਕਹਿੰਦੇ ਲੂਪ। ਇਸ ਗੱਲ ਦਾ ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ? ਠੀਕ ਹੈ ਜੀ। ਯਾਦ ਰੱਖਣਾ ਹੈ, ਚੁੰਬਕ ਦੇ ਬਾਹਰ ਦੀ ਆਪਾਂ ਜੇ ਗੱਲ ਕਰਦੇ ਹਾਂ ਤਾਂ
ਕਿੱਧਰੋਂ ਕਿੱਧਰ ਨੂੰ ਚੱਲਦੀਆਂ? ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ। ਠੀਕ ਹੈ ਜੀ, ਚੁੰਬਕ ਦੇ ਬਾਹਰ। ਪਰ ਚੁੰਬਕ ਦੇ ਵਿੱਚ ਕਿੱਧਰ ਨੂੰ ਜਾਂਦੀਆਂ ਬੇਟੇ? ਇਹ ਚੁੰਬਕ ਦੇ ਵਿੱਚ ਦੀ ਦਿਸ਼ਾ ਇਹਨਾਂ ਦੀ ਕੀ ਹੈਗੀ ਹੈ? ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ। ਆਪਾਂ ਇਸ ਤਰ੍ਹਾਂ ਨਾਲ ਚੁੰਬਕ ਬਣਾ ਕੇ ਉਹਦੇ ਵਿੱਚ ਆਪਾਂ ਦੱਸ ਸਕਦੇ ਹਾਂ, ਇਹ N ਹੈ, ਇਹ S ਹੈ। ਬਾਹਰ ਜਾਣਗੀਆਂ ਆਪਣੇ ਕੋਲੇ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ, ਬਟ ਅੰਦਰ ਕਿਵੇਂ ਜਾਣਗੀਆਂ? ਕਿਉਂਕਿ ਇਹਨੇ ਬੰਦ ਕਿਰਤੀ ਬਣਾਉਣੀ ਹੈ, ਤੇ ਦੱਖਣ ਤੋਂ ਉੱਤਰ ਵੱਲ। ਇਹ ਯਾਦ ਰੱਖ ਲੈਣਾ, ਦੱਖਣ ਤੋਂ ਉੱਤਰ ਵੱਲ। ਠੀਕ ਹੈ ਜੀ, ਇਹ ਚੁੰਬਕੀ ਰੇਖਾਵਾਂ ਦਾ ਜਿਹੜਾ ਪਹਿਲਾ ਆਪਣੇ ਕੋਲ ਕੀ ਹੈਗਾ ਗੁਣ ਹੈ, ਵੀ ਉਹ ਕਿੱਧਰੋਂ ਕਿੱਧਰ ਨੂੰ ਜਾਂਦੀਆਂ? ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਬਾਹਰ ਜਦੋਂ ਚੁੰਬਕ ਦੇ ਹੁੰਦੀਆਂ। ਅੰਦਰ ਕਿੱਧਰ ਜਾਂਦੀਆਂ? ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਦੋਂ ਚੁੰਬਕ ਦੇ ਅੰਦਰ ਹੁੰਦੀਆਂ। ਠੀਕ ਹੈ, ਆਹ ਚੀਜ਼ ਆਪਾਂ ਲਿਖੀਏ। ਜਿਹੜੀ ਸੈਕਿੰਡ ਆਪਣੇ ਕੋਲ ਹੈਗੀ ਹੈ, ਚੁੰਬਕ ਦੇ ਅੰਦਰ ਚੁੰਬਕੀ ਰੇਖਾਵਾਂ ਦੀ ਦਿਸ਼ਾ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਹੁੰਦੀ ਹੈ। ਇਸ ਤਰ੍ਹਾਂ ਚੁੰਬਕੀ ਰੇਖਾਵਾਂ ਇੱਕ ਬੰਦ ਕਰ ਹੁੰਦੀਆਂ ਹਨ, ਬੰਦ ਆਕਿਰਤੀ ਬਣਾਉਂਦੀਆਂ ਹਨ, ਕਲੋਜ਼ਡ ਲੂਪ ਬਣਾਉਂਦੀਆਂ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਹਾਂ। ਠੀਕ ਹੈ ਜੀ, ਇਹ ਪਤਾ ਲੱਗ ਗਿਆ ਜੀ। ਤੀਜਾ ਗੁਣ ਵੇਖੋ ਚੁੰਬਕੀ ਰੇਖਾਵਾਂ ਦਾ ਆਪਣੇ ਕੋਲ ਕੀ ਹੈ? ਜਿੱਥੇ ਚੁੰਬਕੀ ਰੇਖਾਵਾਂ ਜ਼ਿਆਦਾ ਹੁੰਦੀਆਂ ਹਨ, ਉੱਥੇ ਚੁੰਬਕੀ ਖੇਤਰ ਵੀ ਕੀ ਹੁੰਦਾ? ਜ਼ਿਆਦਾ ਹੁੰਦਾ। ਠੀਕ ਹੈ ਜੀ, ਜ਼ਿਆਦਾ ਦਾ ਮਤਲਬ ਸੰਘਣੀਆਂ ਸੰਘਣੀਆਂ ਹੁੰਦੀਆਂ। ਜਿਵੇਂ ਆਪਾਂ ਇਸ ਤਰ੍ਹਾਂ ਨਾਲ ਸ਼ੋ ਕਰੀਏ ਵੀ ਆਹ ਕਿਸੇ ਥਾਂ ਤੇ ਬਣਾਈਆਂ ਹੋਈਆਂ ਚੁੰਬਕੀ ਰੇਖਾਵਾਂ ਹੈ। ਆਪਾਂ ਇਸ ਤਰ੍ਹਾਂ ਨਾਲ ਦਿਖਾਇਆ, ਆਹ ਦੂਸਰੀ ਥਾਂ ਦੇ ਉੱਤੇ ਬਣਾਈਆਂ ਹੋਈਆਂ ਚੁੰਬਕੀ ਰੇਖਾਵਾਂ। ਦੇਖੋ ਬੇਟੇ, ਇੱਥੇ ਚੁੰਬਕੀ ਰੇਖਾਵਾਂ ਕੀ ਹੈ ਬੇਟੇ? ਨੇੜੇ ਨੇੜੇ। ਇਹਦਾ ਮਤਲਬ ਇੱਥੇ ਕੀ ਹੈ ਫਿਰ? ਚੁੰਬਕੀ ਬਲ ਕੀ ਹੋਵੇਗਾ? ਵੱਧ। ਚੁੰਬਕੀ ਬਲ ਕੀ ਹੋਵੇਗਾ? ਵੱਧ। ਇੱਥੇ ਚੁੰਬਕੀ ਰੇਖਾਵਾਂ ਕੀ ਹੈ ਬੇਟੇ? ਦੂਰ। ਇਹਦੇ ਮੁਕਾਬਲੇ ਇੱਥੇ ਚੁੰਬਕੀ ਬਲ ਕੀ ਹੋਵੇਗਾ? ਘੱਟ ਇਹਦੇ ਮੁਕਾਬਲੇ। ਕਹਿੰਦਾ ਮਤਲਬ ਜਦੋਂ ਚੁੰਬਕੀ ਰੇਖਾਵਾਂ ਨੇੜੇ ਨੇੜੇ ਹੁੰਦੀਆਂ ਕਿਸੇ ਖੇਤਰ ਦੇ ਵਿੱਚ, ਸੰਘਣੀਆਂ ਸੰਘਣੀਆਂ ਪਈਆਂ ਹੁੰਦੀਆਂ, ਤਾਂ ਉੱਥੇ ਚੁੰਬਕੀ ਬਲ ਜ਼ਿਆਦਾ ਹੁੰਦਾ। ਤੇ ਜਿੱਥੇ ਆਪਣੇ ਕੋਲ ਦੂਰ ਦੂਰ ਪਈਆਂ ਹੁੰਦੀਆਂ, ਉੱਥੇ ਚੁੰਬਕੀ ਬਲ ਆਪਣੇ ਕੋਲ ਕੀ ਹੁੰਦਾ? ਘੱਟ ਹੁੰਦਾ। ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ? ਠੀਕ ਹੈ ਜੀ, ਅਗਲਾ ਪੁਆਇੰਟ ਆਪਾਂ ਦੇਖੋ। ਚੁੰਬਕੀ ਰੇਖਾਵਾਂ ਉੱਪਰ ਕਿਸੇ ਬਿੰਦੂ ਉੱਪਰ ਜਦੋਂ ਸਪਰਸ਼ ਰੇਖਾ ਬਣਾਉਂਦੇ ਆ, ਤਾਂ ਉਹ ਚੁੰਬਕੀ ਖੇਤਰ ਦੀ ਦਿਸ਼ਾ ਨੂੰ ਦਰਸਾਉਂਦੀ ਹੈ। ਕਹਿਣ ਦਾ ਮਤਲਬ ਜੇਕਰ ਆਪਣੇ ਕੋਲ ਕੀ ਹੈ, ਆਪਾਂ ਕਹੀਏ ਵੀ ਆਹ ਇੱਕ ਰੇਖਾ ਹੈ, ਕਿਹਨੂੰ ਦਰਸਾ ਰਹੀ ਹੈ? ਇਹ ਦਰਸਾ ਰਹੀ ਹੈ ਚੁੰਬਕੀ ਰੇਖਾ ਹੈ। ਹੁਣ ਆਪਾਂ ਕਹੀਏ ਵੀ ਆਹ ਕੋਈ ਪੁਆਇੰਟ P ਹੈ, ਇਸ ਪੁਆਇੰਟ ਦੇ ਉੱਪਰ ਜਿਹੜੀ ਚੁੰਬਕੀ ਜਿਹੜੀ ਆਪਣੇ ਕੋਲੇ ਖੇਤਰ ਹੈ, ਉਹਦੀ ਦਿਸ਼ਾ ਕੀ ਹੋਊਗੀ? ਤਾਂ ਆਪਾਂ ਇੱਥੇ ਕੀ ਬਣਾ ਦਿਆਂਗੇ? ਇੱਕ ਸਪਰਸ਼ ਰੇਖਾ। ਕੀ ਬਣਾ ਦਿਆਂਗੇ? ਇੱਕ ਸਪਰਸ਼ ਰੇਖਾ। ਸਪਰਸ਼ ਰੇਖਾ ਦਾ ਮਤਲਬ ਟੈਂਜੈਂਟ, ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਸਪਰਸ਼ ਰੇਖਾ। ਤਾਂ ਜਿਸ ਵੀ ਬਿੰਦੂ ਦੇ ਉੱਤੇ ਅਸੀਂ ਚੁੰਬਕੀ ਖੇਤਰ ਦੀ ਦਿਸ਼ਾ ਨੂੰ ਗਿਆਤ ਕਰਨਾ ਹੋਵੇ, ਤਾਂ ਅਸੀਂ ਉਸ ਬਿੰਦੂ ਦੇ ਉੱਪਰ ਕੀ ਬਣਾਉਣੇ ਆ ਬੇਟੇ? ਇੱਕ ਸਪਰਸ਼ ਰੇਖਾ ਖਿੱਚ ਦਿੰਦੇ ਹਾਂ। ਤੇ ਸਪਰਸ਼ ਰੇਖਾ ਆਪਣੇ ਕੋਲ ਕੀ ਦੱਸਦੀ ਹੈ? ਚੁੰਬਕੀ ਖੇਤਰ ਦੀ ਦਿਸ਼ਾ। ਠੀਕ ਹੈ ਜੀ, ਹੁਣ ਇਹ ਨਿੱਕੇ ਨਿੱਕੇ ਕੁਐਸਚਨ ਆਬਜੈਕਟਿਵ ਟਾਈਪ ਦੇ ਵਿੱਚ ਤੁਹਾਨੂੰ ਆ ਜਾਣੇ MCQ ਦੇ ਵਿੱਚ, ਇੱਕ ਨੰਬਰ ਵਾਲੇ। ਵੀ ਚੁੰਬਕੀ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਬਾਹਰ ਚੱਲਦੀਆਂ, ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ। ਜਿੱਥੇ ਸੰਘਣੀਆਂ ਹੁੰਦੀਆਂ ਹਨ ਉੱਥੇ ਚੁੰਬਕੀ ਬਲ ਜ਼ਿਆਦਾ ਹੁੰਦਾ, ਜਿੱਥੇ ਵਿਰਲੀਆਂ ਹੁੰਦੀਆਂ ਉੱਥੇ ਚੁੰਬਕੀ ਬਲ ਘੱਟ ਹੁੰਦਾ। ਕਿਸੇ ਬਿੰਦੂ ਦੇ ਉੱਪਰ ਸਪਰਸ਼ ਰੇਖਾ ਨੂੰ ਬਣਾ ਕੇ ਕੀ ਦਿਖਾਇਆ ਜਾਂਦਾ? ਦਿਸ਼ਾ ਨੂੰ ਆ ਜਿਹੜਾ ਉਹ ਦੱਸਿਆ ਜਾਂਦਾ ਹੈ। ਠੀਕ ਹੈ ਜੀ, ਇਹ ਤਾਂ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਹੁਣ ਨੈਕਸਟ ਜੇ ਅਸੀਂ ਦੇਖੀਏ, ਅਗਲੀ ਜਿਹੜੀ ਇਹਦੀ ਪ੍ਰੋਪਰਟੀ ਹੈ ਆਪਣੇ ਕੋਲ, ਜਾਂ ਕਹੀਏ ਗੁਣ ਹੈ ਜਿਹੜਾ ਆਪਣੇ ਕੋਲੇ, ਉਹ ਗੁਣ ਕੀ ਕਹਿੰਦਾ? ਇਹ ਸਭ ਤੋਂ ਇੰਪੋਰਟੈਂਟ ਹੈ ਬੇਟੇ, ਬਹੁਤ ਵਾਰ ਪੁੱਛਿਆ ਜਾਂਦਾ ਹੈ। ਚੁੰਬਕੀ ਖੇਤਰ ਦੀਆਂ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਨਹੀਂ, ਕਿਉਂਕਿ ਕਾਟ ਬਿੰਦੂ ਤੇ ਦੋ ਦਿਸ਼ਾਵਾਂ ਹੋ ਜਾਣਗੀਆਂ ਜਿਹੜੀਆਂ ਸੰਭਵ ਨਹੀਂ। ਦੇਖੋ ਬੇਟੇ, ਉਹ ਕਹਿੰਦਾ ਨਾ ਚੁੰਬਕੀ ਰੇਖਾਵਾਂ ਹੈ ਜਿਹੜੀਆਂ, ਮੰਨ ਲਓ ਇੱਕ ਆਹ ਚੁੰਬਕੀ ਰੇਖਾ ਕਿਸੇ ਚੁੰਬਕ ਕਰਕੇ ਆ, ਮੰਨ ਲਓ ਦੂਜੀ ਚੁੰਬਕੀ ਰੇਖਾ, ਮੰਨ ਲਓ ਇਹ ਕੱਟ ਗਈਆਂ। ਉਹ ਕਹਿੰਦਾ ਆਪਣੇ ਕੋਲ ਕੱਟਦੀਆਂ ਨਹੀਂ, ਆਪਾਂ ਕਿਹਾ ਮੰਨ ਲਓ ਕੱਟ ਗਈਆਂ, ਤਾਂ ਆਹ ਬਿੰਦੂ ਆਪਣੇ ਕੋਲ ਕੀ ਹੋ ਗਿਆ? ਸਾਂਝਾ ਹੋ ਗਿਆ, ਦੋਵਾਂ ਦੇ ਉੱਪਰ ਹੋ ਗਿਆ। ਤਾਂ ਇੱਥੇ ਸਪਰਸ਼ ਰੇਖਾ ਬਣਾਓਗੇ ਬੇਟੇ, ਕਿਉਂਕਿ ਆਪਾਂ ਹੁਣੇ ਕਿਹਾ ਵੀ ਮੰਨ ਲਓ 1 ਨੰਬਰ ਦੇ ਉੱਤੇ ਜੇ ਅਸੀਂ ਦਿਸ਼ਾ ਦੱਸਣੀ ਹੈ ਤਾਂ ਉਹਦੀ ਆਹ ਬਣ ਜੂਗੀ ਦਿਸ਼ਾ।
ਤੇ 2 ਨੰਬਰ ਦੇ ਉੱਤੇ ਦਿਸ਼ਾ ਦੱਸਣੀ ਹੈ ਤਾਂ ਉਹਦੀ ਦਿਸ਼ਾ ਆਪਣੇ ਕੋਲ ਆ ਬਣ ਜੂਗੀ। ਇਹਦਾ ਮਤਲਬ ਇੱਕੋ ਹੀ ਸਮੇਂ ਦੀਆਂ ਕਿੰਨੀਆਂ ਦਿਸ਼ਾਵਾਂ ਹੋ ਗਈਆਂ, ਇਹਦੀਆਂ 2 ਦਿਸ਼ਾਵਾਂ ਹੋ ਗਈਆਂ ਇੱਕੋ ਹੀ ਸਮੇਂ। ਕੀ ਇਹ ਸੰਭਵ ਹੈ ਵੀ ਇੱਕੋ ਹੀ ਸਮੇਂ ਅਸੀਂ ਸਕੂਲ ਵਿੱਚ ਵੀ ਹੋਈਏ ਤੇ ਅਸੀਂ ਘਰ ਵੀ ਹੋਈਏ? ਇੱਕੋ ਹੀ ਸਮੇਂ ਅਸੀਂ ਸਿਰਫ ਇੱਕ ਥਾਂ ਤੇ ਹੋ ਸਕਦੇ ਹਾਂ। ਉਸੇ ਤਰ੍ਹਾਂ ਨਾਲ ਹੀ ਆਪਣੇ ਕੋਲ ਕੀ ਹੈ, ਇੱਕੋ ਸਮੇਂ ਤੇ ਇਹਨਾਂ ਦੀ ਕਿਹੜੀ ਦਿਸ਼ਾ ਹੋ ਸਕਦੀ? ਸਿਰਫ ਇੱਕ ਦਿਸ਼ਾ ਹੋ ਸਕਦੀ, 2 ਨਹੀਂ ਹੋ ਸਕਦੀਆਂ। ਪਰ ਜੇ ਇਹਨਾਂ ਨੂੰ ਜੇ ਆਪਾਂ ਕੱਟਾਂਗੇ ਤਾਂ ਇੱਕੋ ਸਮੇਂ ਤੇ ਇਹਦੀਆਂ ਕਿੰਨੀਆਂ ਦਿਸ਼ਾਵਾਂ ਹੋਣਗੀਆਂ? 2, ਜਿਹੜਾ ਸੰਭਵ ਨਹੀਂ। ਇਸ ਕਰਕੇ ਅਸੀਂ ਕੀ ਕਹਿੰਦੇ ਹਾਂ ਵੀ 2 ਰੇਖਾਵਾਂ, ਚੁੰਬਕੀ ਰੇਖਾਵਾਂ ਇੱਕ ਦੂਜੇ ਨੂੰ ਕਦੇ ਵੀ ਕੱਟਦੀਆਂ ਨਹੀਂ, ਕਦੇ ਵੀ ਕੱਟਦੀਆਂ ਨਹੀਂ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਆਹ ਚੀਜ਼ ਆਪਾਂ ਹੁਣੇ ਡਿਸਕਸ ਕੀਤੀ ਹੈ। ਚੁੰਬਕੀ ਖੇਤਰ ਅਧਿਕ ਬਲ ਰੇਖਾਵਾਂ ਕੀ ਹੋਣਗੀਆਂ? ਨੇੜੇ ਨੇੜੇ ਹੋਣਗੀਆਂ। ਜਿੱਥੇ ਚੁੰਬਕੀ ਖੇਤਰ ਅਧਿਕ ਨੇੜੇ ਹੁੰਦੀਆਂ ਨੇ ਉੱਥੇ ਚੁੰਬਕੀ ਖੇਤਰ ਬਲ ਕੀ ਹੁੰਦਾ? ਜ਼ਿਆਦਾ ਹੁੰਦਾ। ਜਿੱਥੇ ਚੁੰਬਕੀ ਰੇਖਾਵਾਂ ਕੀ ਹੁੰਦੀਆਂ? ਨੇੜੇ ਨੇੜੇ। ਜਿੱਥੇ ਆਪਣੇ ਕੋਲ ਕੀ ਚੁੰਬਕੀ ਰੇਖਾਵਾਂ ਜਿਹੜੀਆਂ ਵਿਰਲੀਆਂ ਹੁੰਦੀਆਂ ਨੇ, ਦੂਰ ਦੂਰ ਹੁੰਦੀਆਂ ਨੇ, ਉੱਥੇ ਚੁੰਬਕੀ ਬਲ ਕੀ ਹੁੰਦਾ? ਘੱਟ ਹੁੰਦਾ। ਇਹ ਯਾਦ ਰੱਖ ਲੈਣਾ। ਠੀਕ ਹੈ ਜੀ, ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ ਬੇਟੇ? ਹੁਣ ਆਪਾਂ ਰਿਵੀਜ਼ਨ ਕਰੀਏ 1 ਮਿੰਟ ਦੇ ਵਿੱਚ ਜਿਹੜਾ ਅਸੀਂ ਅੱਜ ਕੀਤਾ। ਅੱਜ ਅਸੀਂ ਬੇਟੇ ਕੀਤਾ ਔਰਸਟੈਡ ਪ੍ਰਿੰਸੀਪਲ। ਔਰਸਟੈਡ ਦਾ ਨਿਯਮ ਆਪਣੇ ਕੋਲ ਕੀ ਕਹਿੰਦਾ ਹੈ ਵੀ ਜਦੋਂ ਇੱਕ ਤਾਰ ਦੇ ਵਿੱਚੋਂ ਕੀ ਲੰਘਾਇਆ ਜਾਂਦਾ, ਕਰੰਟ ਲੰਘਾਇਆ ਜਾਂਦਾ ਤਾਂ ਉਹ ਆਪਣੇ ਆਸੇ ਪਾਸੇ ਕੀ ਪੈਦਾ ਕਰਦਾ? ਚੁੰਬਕੀ ਖੇਤਰ। ਕੀ ਪੈਦਾ ਕਰਦਾ? ਚੁੰਬਕੀ ਖੇਤਰ। ਆਪਾਂ ਇਸ ਤਰ੍ਹਾਂ ਨਾਲ ਇਹਨੂੰ ਕਲੋਜ਼ਡ ਲੂਪ ਦੇ ਵਿੱਚ ਇਸ ਤਰ੍ਹਾਂ ਨਾਲ ਦਿਖਾ ਸਕਦੇ ਹਾਂ। ਠੀਕ ਹੈ ਜੀ, ਜਾਂ ਆਪਾਂ ਇਸ ਤਾਰ ਨੂੰ ਜੇ ਮੰਨ ਲਓ ਇਸ ਤਰ੍ਹਾਂ ਨਾਲ ਬਣਾਇਆ ਤਾਂ ਇਸ ਤਰ੍ਹਾਂ ਨਾਲ ਆਪਾਂ ਇਹਦੇ ਵਿੱਚ ਜਦੋਂ ਦਿਖਾ ਸਕਦੇ ਹਾਂ ਵੀ ਚੁੰਬਕੀ ਖੇਤਰ ਪੈਦਾ ਹੋਵੇਗਾ, ਆ ਆਪਣੇ ਕੋਲ ਕੀ ਹੈ? ਕਰੰਟ। ਠੀਕ ਹੈ ਜੀ, ਜਿਸ ਨੂੰ ਮਹਿਸੂਸ ਕਿਹਨੇ ਕੀਤਾ ਸੀ? ਚੁੰਬਕੀ ਸੂਈ ਨੇ। ਔਰਸਟੈਡ ਨੇ ਇਹ ਨਿਯਮ ਆਪਣੇ ਕੋਲ ਦਿੱਤਾ ਵੀ ਚੁੰਬਕੀ ਤਾਰ ਦੇ ਵਿੱਚ ਜਦੋਂ ਤਾਰ ਦੇ ਵਿੱਚ ਦੀ ਕਰੰਟ ਲੰਘਾਇਆ ਜਾਂਦਾ ਤਾਂ ਆਪਦੇ ਪਾਸੇ ਆਸੇ ਪਾਸੇ ਕੀ ਪੈਦਾ ਕਰਦੀ? ਚੁੰਬਕੀ ਖੇਤਰ। ਠੀਕ ਹੈ ਜੀ, ਤੇ ਚੁੰਬਕੀ ਖੇਤਰ ਕੀ ਹੁੰਦਾ? ਚੁੰਬਕ ਦੇ ਆਸੇ ਪਾਸੇ ਦਾ ਉਹ ਦਾਇਰਾ। ਇੱਕ ਚੁੰਬਕ ਦੇ ਆਸੇ ਪਾਸੇ ਦਾ ਉਹ ਦਾਇਰਾ ਜਿਸ ਦੇ ਵਿੱਚ ਉਸਦੇ ਪ੍ਰਭਾਵ ਨੂੰ ਕੀ ਕੀਤਾ ਜਾ ਸਕਦਾ? ਮਹਿਸੂਸ ਕੀਤਾ ਜਾ ਸਕਦਾ। ਠੀਕ ਹੈ ਜੀ, ਫਿਰ ਅਸੀਂ ਕੀਤਾ ਚੁੰਬਕੀ ਰੇਖਾਵਾਂ। ਚੁੰਬਕੀ ਰੇਖਾਵਾਂ ਆਪਣੇ ਕੋਲ ਕੀ ਹੈ ਬੇਟੇ? ਇਹ ਉਹ ਰਾਸਤਾ ਹੈ ਜਿਸ ਉੱਪਰ ਕੌਣ ਮੂਵ ਕਰਦਾ? ਚੁੰਬਕੀ ਸੂਈ ਮੂਵ ਕਰਦੀ ਹੈ। ਠੀਕ ਹੈ ਜੀ, ਜਦੋਂ ਉਸ ਨੂੰ ਕੀ ਕੀਤਾ ਜਾਂਦਾ? ਇੱਕ ਚੁੰਬਕ ਦੇ ਖੇਤਰ ਦੇ ਵਿੱਚ ਰੱਖਿਆ ਜਾਂਦਾ। ਜਦੋਂ ਉਸ ਨੂੰ ਇੱਕ ਚੁੰਬਕ ਦੇ ਖੇਤਰ ਵਿੱਚ ਰੱਖਿਆ ਜਾਂਦਾ। ਪਤਾ ਲੱਗਿਆ ਕਿ ਨਹੀਂ ਲੱਗਦਾ ਬੇਟੇ? ਫਿਰ ਅਸੀਂ ਇਹਦੇ ਕੀਤੇ ਸੀ ਚੁੰਬਕੀ ਰੇਖਾਵਾਂ ਦੇ ਗੁਣ। ਪਹਿਲਾ ਗੁਣ ਕੀ ਸੀਗਾ ਵੀ ਚੁੰਬਕ ਦੇ ਬਾਹਰ ਕਿੱਧਰੋਂ ਜਾਂਦੀਆਂ? ਉੱਤਰੀ ਧਰੋਵ ਤੋਂ ਦੱਖਣੀ ਧਰੋਵ ਵੱਲ। ਤੇ ਚੁੰਬਕ ਦੇ ਅੰਦਰ ਕਿੱਧਰੋਂ ਜਾਂਦੀਆਂ? ਦੱਖਣੀ ਧਰੋਵ ਤੋਂ ਉੱਤਰੀ ਧਰੋਵ ਵੱਲ। ਦੂਜਾ ਅਸੀਂ ਕੀਤਾ ਸੀ ਵੀ 2 ਚੁੰਬਕੀ ਰੇਖਾਵਾਂ ਇੱਕ ਦੂਸਰੇ ਨੂੰ ਕਦੇ ਵੀ ਕੱਟ ਨਹੀਂ ਸਕਦੀਆਂ ਕਿਉਂਕਿ 2 ਦਿਸ਼ਾਵਾਂ ਹੋਣਗੀਆਂ। ਤੀਜਾ ਅਸੀਂ ਕੀਤਾ ਸੀ ਵੀ ਕਿਸੇ ਵੀ ਪੁਆਇੰਟ ਦੇ ਉੱਪਰ ਜੇਕਰ ਦਿਸ਼ਾ ਦੱਸਣੀ ਹੈ ਤਾਂ ਉੱਤੇ ਕੀ ਆਪਾਂ ਬਣਾਵਾਂਗੇ? ਇੱਕ ਸਪਰਸ਼ ਰੇਖਾ। ਚੌਥਾ ਕੀ ਸੀ ਵੀ ਜਿੱਥੇ ਚੁੰਬਕੀ ਰੇਖਾਵਾਂ ਨੇੜੇ ਨੇੜੇ ਹੋਣਗੀਆਂ, ਸੰਘਣਤਾ ਜ਼ਿਆਦਾ ਹੋਊਗੀ, ਉੱਥੇ ਚੁੰਬਕੀ ਬਲ ਵੀ ਕੀ ਹੋਊਗਾ? ਵੱਧ ਹੋਊਗਾ। ਜਿੱਥੇ ਚੁੰਬਕੀ ਰੇਖਾਵਾਂ ਆਪਣੇ ਕੋਲ ਵਿਰਲੀਆਂ ਹੋਣਗੀਆਂ ਉੱਥੇ ਚੁੰਬਕੀ ਬਲ ਕੀ ਹੋਊਗਾ? ਘੱਟ ਹੋਵੇਗਾ। ਠੀਕ ਹੈ ਬੇਟੇ, ਇੰਨਾ ਜਿਹੜਾ ਤੁਸੀਂ ਉਹ ਰਿਵਾਈਜ਼ ਕਰ ਲਓ। ਫਿਰ ਨੈਕਸਟ ਟਾਈਮ ਜਦੋਂ ਆਪਾਂ ਮਿਲਾਂਗੇ ਤਾਂ ਆਪਾਂ ਇਸ ਤੋਂ ਅੱਗੇ ਕਰਾਂਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕਸ ਐਂਡ ਹੈਵ ਏ ਨਾਈਸ ਡੇ।